TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਇੱਕ ਖਬਰਾਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਸਥਾਰ ਨਾਲ ਉਹਨਾਂ ਤੇ ਗੱਲਬਾਤ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਕੈਨੇਡਾ 'ਚ 22 ਫਰਵਰੀ ਤੋਂ ਲੱਗ ਜਾਣਗੀਆਂ ਸਖਤ ਪਾਬੰਦੀਆਂ। ਬੀਤੀ ਰਾਤ ਬਰਨਵੀ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਹਲਾਕ। ਰੋਹਤਕ ਦੇ ਇੱਕ ਅਖਾੜੇ ਵਿੱਚ ਗੋਲੀ ਚੱਲਣ ਕਾਰਨ 5 ਮੌਤਾਂ। ਤਾਮਿਲਨਾਡੂ ਦੇ ਵਿਰੁੱਧ ਨਗਰ ਵਿੱਚ ਪਟਾਕਾ ਫੈਕਟਰੀ ਨੂੰ ਲੱਗੀ ਅੱਗ, 11 ਮੌਤਾਂ 36 ਜ਼ਖਮੀ। ਬੁਲਟ ਮੋਟਰਸਾਈਕਲ ਦੀ ਫਾਇਰ ਬ੍ਰਿਗੇਡ ਗੱਡੀ ਬਣਾ ਕੇ ਚਲਾਉਣ ਦਾ ਮਾਮਲਾ ਮੁੱਖ ਮੰਤਰੀ ਕੋਲ ਪਹੁੰਚਾ। ਕਾਰਵਾਈ ਕਰਨ ਲਈ ਦਿੱਤੇ ਦਿਸ਼ਾ ਨਿਰਦੇਸ਼। ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਵੀ ਨਹੀਂ, ਰਾਕੇਸ਼ ਟਕੈਤ ਨੇ ਆਖਿਆ। ਕਾਨੂੰਨ ਰੱਦ ਕਰਨ ਦਾ ਭਰੋਸਾ ਮਿਲਣ ਤੇ ਹੀ ਸਰਕਾਰ ਨਾਲ ਹੋਵੇਗੀ ਗੱਲਬਾਤ। ਸਮਰਾਲਾ ਦੇ ਇੱਕ ਅੰਦੋਲਨਕਾਰੀ ਕਿਸਾਨ ਦੀ ਮੌਤ। ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦਾ ਸਰਕਾਰ ਕੋਲ ਨਹੀਂ ਕੋਈ ਰਿਕਾਰਡ। 3 ਤਖ਼ਤਾਂ ਦੀ ਪੈਦਲ ਯਾਤਰਾ ਕਰਕੇ ਸਿੰਘੂ ਸਰਹੱਦ ਤੇ ਪਹੁੰਚਿਆ ਨੌਜਵਾਨ। ਅਤੇ ਮੋਗਾ ਜ਼ਿਲ੍ਹੇ ਦੇ ਇੱਕ ਕਿਸਾਨ ਦੀ ਵੀ ਸਿੰਘੂ ਸਰਹੱਦ ਤੇ ਮੌਤ। ਅਤੇ ਕੌਣ ਹਨ ਸਰ ਛੋਟੂ ਰਾਮ, ਜਿਨ੍ਹਾਂ ਦੇ ਜਨਮ ਦਿਨ ਨੂੰ ਇਕਜੁੱਟਤਾ ਦਿਵਸ ਬਣਾਉਣ ਦਾ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਹੈ ਐਲਾਨ। ਦੋਸਤੋ, ਆਹ ਕਾਫੀ ਸਾਰੀਆਂ ਖਬਰਾਂ ਨੇ। ਕੋਸ਼ਿਸ਼ ਕਰਾਂਗਾ ਕਿ ਸਮੇਂ ਦੇ ਵਿੱਚ ਰਹਿੰਦਿਆਂ ਇਹਨਾਂ ਸਾਰੀਆਂ ਦੇ ਉੱਤੇ ਗੱਲਬਾਤ ਕੀਤੀ ਜਾ ਸਕੇ। ਪਰ ਇਸ ਤੋਂ ਪਹਿਲਾਂ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਜੇਕਰ ਖਬਰਾਂ ਦੀ ਜਾਣਕਾਰੀ ਚੰਗੀ ਲੱਗੀ ਫਿਰ ਲਾਈਕ ਵੀ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਜ਼ਰੂਰ, ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਤੁਹਾਨੂੰ ਪਤਾ ਹੈ ਕਿ ਕੇਂਦਰ ਦੇ ਖਿਲਾਫ ਤਿੰਨੇ ਜਿਹੜੇ ਖੇਤੀ ਕਾਨੂੰਨ ਬਣਾਏ ਨੇ, ਕਿਸਾਨ ਲਗਭਗ 2.5 ਮਹੀਨੇ ਉੱਥੇ ਬੈਠਿਆਂ ਨੂੰ ਹੋ ਗਏ ਹੈ। ਪੂਰੀ ਦੁਨੀਆ ਦਾ ਧਿਆਨ ਕਿਸਾਨ ਅੰਦੋਲਨ ਨੇ ਖਿੱਚਿਆ ਹੋਇਆ ਤੇ ਇਸ ਦਾ ਇੱਕੋ ਇੱਕ ਜਿਹੜੀ ਵੱਡੀ ਘਟਨਾ ਵਾਪਰੀ, ਲਾਲ ਕਿਲੇ ਵਾਲੀ ਘਟਨਾ ਨੂੰ ਛੱਡ ਕੇ ਬਾਕੀ ਜਿੰਨਾ ਵੀ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋ ਕੇ ਹੁਣ ਤੱਕ ਪਹੁੰਚਿਆ, ਇਹ ਸ਼ਾਂਤਮਈ ਰਿਹਾ। ਆਪਣੀ ਆਵਾਜ਼ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚਾਉਣ ਦੇ ਵਿੱਚ ਕਿਸਾਨ ਆਗੂ, ਸਮੁੱਚਾ ਕਿਸਾਨ ਭਾਈਚਾਰਾ, ਮਜ਼ਦੂਰ ਭਾਈਚਾਰਾ ਤੇ ਉਹਨਾਂ ਦੇ ਹਿਤੈਸ਼ੀ ਲੋਕ ਕਾਮਯਾਬ ਰਹੇ ਹੈ। ਤੇ ਲੋਕ ਨਵੇਂ ਤਰੀਕੇ ਵੀ ਲੱਭ ਰਹੇ ਹੈ ਜਿਸ ਦੇ ਨਾਲ ਇਸ ਅੰਦੋਲਨ ਨੂੰ ਹੋਰ ਕਾਮਯਾਬ ਕੀਤਾ ਜਾ ਸਕੇ। ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਮੀਟਿੰਗ ਕਰਕੇ ਤੇ ਫਿਰ ਪ੍ਰੈਸ ਕਾਨਫਰੰਸ ਕੀਤੀ ਸੀ। ਉਹਨਾਂ ਨੇ ਦੱਸਿਆ ਸੀ ਕਿ ਸਰ ਛੋਟੂ ਰਾਮ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਅਸੀਂ ਪੂਰੇ ਭਾਰਤ ਭਰ ਦੇ ਵਿੱਚ ਇਕਜੁੱਟਤਾ ਦਿਵਸ ਮਨਾਵਾਂਗੇ, ਭਾਵ ਇਕਜੁੱਟਤਾ ਵਿਖਾਉਣੀ ਹੈ। ਸੋ ਜਦੋਂ ਉਹਨਾਂ ਨੇ ਇਹ ਆਖਿਆ ਕਿ ਸਰ ਛੋਟੂ ਰਾਮ ਦਾ ਜਨਮ ਦਿਹਾੜਾ ਇਕਜੁੱਟਤਾ ਦਿਵਸ ਦੇ ਵਜੋਂ ਮਨਾਉਣਾ ਹੈ, ਹੋ ਸਕਦਾ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਦਰਸ਼ਕ ਉਹ ਹੋਣ ਜਿਹੜੇ ਸਰ ਛੋਟੂ ਰਾਮ ਦੇ ਬਾਬਤ ਜਾਣਕਾਰੀ ਰੱਖਦੇ ਹੈ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਸ ਦਿਨ ਜਿਸ ਖਬਰ ਦਾ ਕਿਸੇ ਤਰੀਕੇ ਨਾਲ ਐਲਾਨ ਹੋਇਆ ਹੋਵੇ ਜਾਂ ਜ਼ਿਕਰ ਹੋਇਆ ਹੋਵੇ ਉਹਦੀ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਕਰਾਂ। ਬੀਤੇ ਦਿਨੀ ਵਾਰ-ਵਾਰ ਸਵਾਮੀਨਾਥਨ ਕਮਿਸ਼ਨ ਦਾ ਰਿਪੋਰਟ ਦਾ ਜ਼ਿਕਰ ਹੁੰਦਾ ਸੀ। ਮੈਂ ਕੋਸ਼ਿਸ਼ ਕੀਤੀ ਸੀ ਕਿ ਤੁਹਾਡੇ ਨਾਲ ਸਾਂਝੀ ਕਰਾਂ, ਭਾਵੇਂ ਉਹਦਾ ਪੂਰਾ ਵਿਸਥਾਰ ਨਾ ਵੀ ਹੋਵੇ ਪਰ ਸੰਖੇਪ ਦੇ ਵਿੱਚ, ਤਾਂ ਕਿ ਤੁਹਾਡੇ ਕੋਲ ਜਾਣਕਾਰੀ ਹੋਵੇ। ਹੁਣ ਸਰ ਛੋਟੂ ਰਾਮ ਦਾ ਜਦੋਂ ਜ਼ਿਕਰ ਹੋਇਆ, ਹੋ ਸਕਦਾ ਕਿ ਬਹੁਤ ਸਾਰੇ ਦਰਸ਼ਕ ਜਾਣਦੇ ਹੋਣ ਪਰ ਕੁਝ ਇੱਕ ਮੇਰੇ ਵਾਂਗ ਨਵੇਂ ਵੀ ਹੋ ਸਕਦੇ ਹੈ। ਸਰ ਛੋਟੂ ਰਾਮ ਕੌਣ ਸਨ? ਸਰ ਛੋਟੂ ਰਾਮ ਦਾ ਜਨਮ 1881 ਨੂੰ ਜ਼ਿਲ੍ਹਾ ਰੋਹਤਕ ਦੇ ਵਿੱਚ ਸੰਪਲਾ ਨਾਮ ਦੇ ਪਿੰਡ ਦੇ ਵਿੱਚ ਚੌਧਰੀ ਸੁਖੀ ਰਾਮ ਜਾਟ ਦੇ ਘਰ ਹੋਇਆ ਸੀ। ਸਰ ਛੋਟੂ ਰਾਮ ਦਾ ਅਸਲ ਨਾਮ ਇਹ ਨਹੀਂ ਸੀ। ਅਸਲ ਨਾਮ ਉਹਨਾਂ ਦਾ ਰਾਮ ਰਿਸ਼ਪਾਲ ਸੀ, ਪਰ ਆਪਣੇ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੇ ਹੋਣ ਦੇ ਕਾਰਨ ਉਹਨਾਂ ਨੂੰ ਛੋਟੂ ਕਹਿ ਕੇ ਬੁਲਾਇਆ ਜਾਂਦਾ ਸੀ। ਇਸੇ ਕਾਰਨ ਇਹ ਸ਼ਬਦ ਉਹਨਾਂ ਦੇ ਨਾਮ ਦੇ ਨਾਲ ਹਮੇਸ਼ਾ ਵਾਸਤੇ ਜੁੜ ਵੀ ਗਿਆ ਅਤੇ ਪ੍ਰਸਿੱਧ ਵੀ ਹੋ ਗਿਆ। ਸਕੂਲ ਵਿੱਚ ਵੀ ਇਹੀਓ ਨਾਂ ਫਿਰ ਲਿਖਿਆ ਗਿਆ। ਇਸੇ ਕਰਕੇ ਉਹਨਾਂ ਨੂੰ ਸਾਰੀ ਉਮਰ ਸਰ ਛੋਟੂ ਰਾਮ ਦੇ ਨਾਲ ਹੀ ਜਾਣਿਆ ਜਾਣ ਲੱਗਿਆ। ਸਰ ਛੋਟੂ ਰਾਮ ਨੇ ਸੇਂਟ ਸਟੀਫਨ ਕਾਲਜ ਦਿੱਲੀ ਤੋਂ BA ਕੀਤੀ ਸੀ। ਉਹਦੇ ਤੋਂ ਬਾਅਦ ਉਹ ਕਲਾਕੰਕਰ ਰਿਆਸਤੇ ਰਾਜਾ ਰਾਮਪਾਲ ਦੇ ਨਿੱਜੀ ਸਹਾਇਕ ਦੇ ਵਜੋਂ ਵੀ ਸੇਵਾਵਾਂ ਦਿੰਦੇ ਰਹੇ। ਇਸ ਤੋਂ ਬਾਅਦ ਉਹਨਾਂ ਨੇ ਕਾਨੂੰਨ ਕਾਲਜ ਲਾਹੌਰ ਦੇ ਵਿੱਚੋਂ ਪੜ੍ਹਾਈ ਕਰਨ ਦੇ ਨਾਲ ਸਕੂਲ ਦੇ ਵਿੱਚ ਪੜ੍ਹਾਇਆ ਵੀ। ਸਨ 1911 ਦੇ ਵਿੱਚ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਪਹਿਲਾਂ ਆਗਰਾ ਤੇ ਫਿਰ ਰੋਹਤਕ ਦੇ ਵਿੱਚ ਉਹ ਵਕਾਲਤ ਕਰਦੇ ਰਹੇ। ਉਸ ਸਮੇਂ ਸਰ ਛੋਟੂ ਰਾਮ ਦਾ ਨਾਮ ਰੋਹਤਕ ਦੇ ਮੰਨੇ ਪ੍ਰਮੰਨੇ ਵਕੀਲਾਂ ਦੇ ਵਿੱਚ ਗਿਣਿਆ ਜਾਂਦਾ ਸੀ, ਸ਼ੁਮਾਰ ਹੋ ਰਿਹਾ ਸੀ।
ਤੇ ਸਰ ਛੋਟੂ ਰਾਮ ਦਾ ਫਿਰ ਬਾਅਦ ਦੇ ਵਿੱਚ ਕਾਂਗਰਸ ਨਾਲ ਨਾਤਾ ਵੀ ਰਿਹਾ। ਦੱਬੇ ਕੁਚਲੇ ਅਤੇ ਲੁੱਟ ਦਾ ਸ਼ਿਕਾਰ ਹੋਏ ਲੋਕਾਂ, ਖਾਸ ਕਰਕੇ ਕਿਸਾਨਾਂ ਦੇ ਹੱਕਾਂ ਵਿੱਚ ਹਮੇਸ਼ਾ ਉਹ ਆਵਾਜ਼ ਬੁਲੰਦ ਕਰਦੇ ਰਹੇ। ਉਰਦੂ ਦੇ ਵਿੱਚ ਜਾਟ ਗਜ਼ਟ ਨਾਮ ਦਾ ਇੱਕ ਅਖਬਾਰ ਵੀ ਕੱਢਿਆ। ਪੇਂਡੂ ਲੋਕਾਂ ਦੇ ਵਿੱਚ ਉਹਨਾਂ ਨੇ ਉਸ ਅਖਬਾਰ ਦੇ ਰਾਹੀਂ ਜਾਗ੍ਰਿਤੀ ਲਿਆਂਦੀ। ਉਹਨਾਂ ਦੀਆਂ ਹੱਕੀ ਮੰਗਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦਾ ਉਹਨਾਂ ਯਤਨ ਕੀਤਾ ਤੇ ਫਿਰ ਉਹਨਾਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਰੋਹਤਕ ਦੇ ਵਜੋਂ ਪ੍ਰੈਜ਼ੀਡੈਂਟ ਬਣ ਕੇ ਵੀ ਸੇਵਾਵਾਂ ਨਿਭਾਈਆਂ। 1919 ਦੇ ਵਿੱਚ ਮਹਾਤਮਾ ਗਾਂਧੀ ਦੇ ਵੱਲੋਂ ਸੱਤਿਆਗ੍ਰਹਿ ਅੰਦੋਲਨ ਦੇ ਵਿੱਚ ਸ਼ਾਮਲ ਹੋਏ, ਪਰ 1920 ਦੇ ਵਿੱਚ ਜਦੋਂ ਉਹਨਾਂ ਨੇ ਇਹ ਅੰਦੋਲਨ ਵਾਪਸ ਲੈ ਲਿਆ ਤਾਂ ਉਹ ਮਹਾਤਮਾ ਗਾਂਧੀ ਨਾਲ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਆਪਣਾ ਨਾਤਾ ਕਾਂਗਰਸ ਦੇ ਨਾਲ ਵੀ ਤੋੜ ਲਿਆ। ਫਿਰ ਸਰ ਛੋਟੂ ਰਾਮ ਦਾ ਸੰਪਰਕ ਸਿਕੰਦਰ ਹਯਾਤ ਖਾਨ ਅਤੇ ਫੈਸਲ-ਏ ਹੁਸੈਨ ਖਾਨ ਦੇ ਨਾਲ ਹੋਇਆ। ਇਸ ਤਰ੍ਹਾਂ ਇੱਕ ਸ਼ਕਤੀਸ਼ਾਲੀ ਇਹ ਤਿੱਕੜੀ ਹੋਂਦ ਵਿੱਚ ਆ ਗਈ ਅਤੇ ਤਿੰਨਾਂ ਨੇ ਮਿਲ ਕੇ ਯੂਨੀਅਨਿਸਟ ਇੱਕ ਪਾਰਟੀ ਬਣਾਈ ਅਤੇ ਸਰ ਛੋਟੂ ਰਾਮ 1923 ਵਿੱਚ ਸਥਾਪਿਤ ਹੋਈ ਇਸ ਪਾਰਟੀ ਦੇ ਬਾਨੀਆਂ ਦੇ ਵਿੱਚੋਂ ਇੱਕ ਸਨ। ਉਹਨਾਂ ਹਿੰਦੂ ਜੱਟਾਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਰਲਾ ਕੇ ਯੂਨੀਅਨਿਸਟ ਪਾਰਟੀ ਦਾ ਮੁੱਢ ਬੱਝ ਦਿੱਤਾ। ਇਸ ਪਾਰਟੀ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਮਹੱਤਵਪੂਰਨ ਰੋਲ ਅਦਾ ਕੀਤੇ। ਲਗਭਗ 15 ਸਾਲ ਪੰਜਾਬ ਵਿਧਾਨ ਸਭਾ ਦੇ ਮੈਂਬਰ ਅਤੇ 1926 ਤੋਂ 31 ਤੱਕ ਵਿਧਾਨ ਸਭਾ ਦੇ ਵਿੱਚ ਯੂਨੀਅਨਿਸਟ ਪਾਰਟੀ ਦੇ ਲੀਡਰ ਵਜੋਂ ਉਹਨਾਂ ਨੇ ਸੇਵਾਵਾਂ ਦਿੱਤੀਆਂ। ਸਨ 1936 ਦੇ ਵਿੱਚ ਵਿਧਾਨ ਸਭਾ ਦੇ ਉਹ ਪ੍ਰੈਜ਼ੀਡੈਂਟ ਚੁਣੇ ਗਏ। ਸਰ ਛੋਟੂ ਰਾਮ ਨੂੰ ਖੇਤੀਬਾੜੀ, ਸਿੱਖਿਆ ਤੇ ਉਦਯੋਗ ਮਹਿਕਮਿਆਂ ਦੇ ਮੰਤਰੀ ਵੀ ਥਾਪਿਆ ਗਿਆ। ਇਹ ਜ਼ਿੰਮੇਵਾਰੀ ਉਹਨਾਂ ਨੇ ਪੂਰੀ ਇਮਾਨਦਾਰੀ ਨਾਲ, ਤਨਦੇਹੀ ਨਾਲ ਨਿਭਾਈ। ਗੋਰੇ ਹਾਕਮ 1930 ਤੋਂ 1942 ਦੇ 13 ਸਾਲਾਂ ਦੇ ਵਿੱਚ ਕਿਸਾਨ ਭਲਾਈ ਦੇ ਐਕਟ ਉਹਨਾਂ ਕੋਲੋਂ ਪਾਸ ਕਰਵਾਉਣ ਦਾ ਜੇਕਰ ਸਿਹਰਾ ਕਿਸ ਦੇ ਸਿਰ ਵੱਜਦਾ ਤਾਂ ਉਹ ਸਰ ਛੋਟੂ ਰਾਮ ਦੇ ਸਿਰ ਵੱਜਦਾ ਹੈ। ਇਹ ਇਤਿਹਾਸ ਦੱਸ ਰਿਹਾ ਹੈ। ਪੇਂਡੂ ਵਿਕਾਸ ਦੇ ਵਾਸਤੇ ਹਮੇਸ਼ਾ, ਦੱਬੇ ਕੁਚਲੇ ਲੋਕਾਂ ਦੇ ਵਾਸਤੇ ਹਮੇਸ਼ਾ ਉਹ ਆਪਣਾ ਯੋਗਦਾਨ ਪਾਉਂਦੇ ਰਹੇ ਤੇ ਆਵਾਜ਼ ਬੁਲੰਦ ਕਰਦੇ ਰਹੇ। ਸਰ ਛੋਟੂ ਰਾਮ ਨੇ ਪੇਂਡੂ ਵਿਕਾਸ ਲਈ ਨਵੇਂ ਪ੍ਰਾਇਮਰੀ ਸਕੂਲ, ਮਿਡਲ ਸਕੂਲ ਅਤੇ ਪ੍ਰਾਇਮਰੀ ਸਿਹਤ ਕੇਂਦਰ ਸਥਾਪਿਤ ਕਰਨ, ਪਸ਼ੂਆਂ ਦੇ ਹਸਪਤਾਲ ਖੋਲ੍ਹਣ, ਲਘੂ ਉਦਯੋਗਾਂ ਨੂੰ ਉਤਸ਼ਾਹ ਦੇਣ, ਕਰਜ਼ੇ ਦੇ ਕੇਸ ਨਿਪਟਾਉਣ ਆਦਿ ਦੇ 6 ਸਾਲਾ ਪ੍ਰੋਗਰਾਮ ਉਲੀਕ ਕੇ ਇਹਨਾਂ ਵਿਕਾਸ ਦੇ ਕੰਮਾਂ ਦੇ ਵਿੱਚ ਬੇਹੱਦ ਤੇਜ਼ੀ ਲਿਆ ਦਿੱਤੀ। ਫਿਰ ਕਿਸਾਨ ਭਲਾਈ ਦੇ ਫੰਡ ਵੀ ਉਹਨਾਂ ਨੇ ਸਥਾਪਿਤ ਕੀਤੇ। ਇੱਕ ਕਿਸਾਨ ਭਲਾਈ ਫੰਡ ਉਹਨਾਂ ਨੇ ਜਿਹੜਾ ਸਥਾਪਿਤ ਕੀਤਾ ਜਿਸ ਦੇ ਰਾਹੀਂ ਗਰੀਬ ਪਰ ਲਾਇਕ ਵਿਦਿਆਰਥੀ ਨੂੰ ਵਜ਼ੀਫੇ ਦਿੱਤੇ ਜਾਣ ਲੱਗੇ। 1995 ਦੇ ਵਿੱਚ ਸਰ ਛੋਟੂ ਰਾਮ ਦੀ 50ਵੀਂ ਵਰਸੀ ਦੇ ਉੱਤੇ ਪਾਕਿਸਤਾਨ ਦੇ ਨੋਬਲ ਪੁਰਸਕਾਰ ਜੇਤੂ ਅਬਦੁਸ ਹਮੀਦ ਨੇ ਆਪਣੇ ਸ਼ਰਧਾਂਜਲੀ ਸੰਦੇਸ਼ ਦੇ ਵਿੱਚ ਉਚੇਚੇ ਤੌਰ ਤੇ ਲਿਖਿਆ ਸੀ ਕਿ ਜੇਕਰ ਕਿਸਾਨ ਭਲਾਈ ਫੰਡ ਵਿੱਚੋਂ ਉਸ ਨੂੰ ਵਿਦੇਸ਼ ਜਾ ਕੇ ਪੜ੍ਹਨ ਦਾ ਮੌਕਾ ਨਾ ਮਿਲਦਾ ਤਾਂ ਉਸ ਦੀ ਕਾਬਲੀਅਤ ਗਰੀਬੀ ਦੇ ਹੇਠਾਂ ਦੱਬੀ ਰਹਿ ਜਾਣੀ ਸੀ। ਕਿਸਾਨ ਭਲਾਈ ਫੰਡ ਰਾਹੀਂ ਕਿਸਾਨ ਭਲਾਈ ਦੇ ਕੰਮ ਕਿੰਨੇ ਕੁ ਹੋਏ ਇਹ ਦੱਸਣਾ ਲਾਜ਼ਮੀ ਹੈ। ਸੋਕਾ ਸੀ, ਕਾਲ ਹੋਵੇ, ਟਿੱਡੀ ਦਲ ਹੋਵੇ, ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਹੋਵੇ, ਸਮੇਂ-ਸਮੇਂ ਤੇ ਮਦਦ ਕਰਨਾ, ਘੱਟ ਵਿਆਜ ਤੇ ਕਰਜ਼ੇ ਦੇਣੇ, ਸ਼ਹਿਰੀਕਰਨ, ਮੰਡੀਕਰਨ ਨੂੰ ਕਿਸਾਨਾਂ ਨੂੰ ਉਤਸ਼ਾਹ ਦੇਣਾ ਤੇ ਫਸਲਾਂ ਦਾ ਉਚਿਤ ਉਹਨਾਂ ਨੂੰ ਮੁੱਲ ਦੇਣਾ, ਸਸਤੇ ਖੇਤੀ ਸੰਦ ਦਿਵਾਉਣੇ, ਇਹ ਸਭ ਕੁਝ ਉਹਨਾਂ ਨੇ ਆਪਣੇ ਇਹਨਾਂ ਸਮਿਆਂ ਦੇ ਵਿਚਕਾਰ ਕੀਤਾ। ਹੁਸ਼ਿਆਰ ਵਿਦਿਆਰਥੀਆਂ ਨੂੰ, ਪਰ ਜਿਹੜੇ ਗਰੀਬ ਹੁੰਦੇ ਸੀ ਉਹਨਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਪੜ੍ਹਾਈ ਵਾਸਤੇ ਵਜ਼ੀਫਿਆਂ ਦਾ ਪ੍ਰਬੰਧ ਕਰਕੇ ਦੇਣਾ, ਇਹ ਉਹਨਾਂ ਦੇ ਸਿਰ ਸਿਰ ਆ ਜਾਂਦਾ ਹੈ। ਉਹਨਾਂ ਨੇ ਕਈ ਐਕਟ ਵੀ ਆਪਣੇ ਕਾਰਜਕਾਲ ਦੇ ਦੌਰਾਨ ਸਰਕਾਰ ਨੂੰ ਕਹਿ ਕੇ ਪਾਸ ਕਰਵਾਏ। ਇੱਕ ਸ਼ਾਹੂਕਾਰ ਪੰਜੀਕਰਨ ਐਕਟ 1938 ਦੇ ਵਿੱਚ ਲਾਗੂ ਹੋਇਆ ਸੀ। ਇਸ ਦੇ ਅਨੁਸਾਰ ਕੋਈ ਵੀ ਸ਼ਾਹੂਕਾਰ ਬਿਨਾਂ ਪੰਜੀਕਰਨ ਦੇ ਕਿਸੇ ਨੂੰ ਕਰਜ਼ ਨਹੀਂ ਦੇ ਪਾਏਗਾ ਅਤੇ ਨਾ ਹੀ ਕਿਸਾਨਾਂ ਉੱਤੇ ਅਦਾਲਤ ਦੇ ਵਿੱਚ ਮੁਕੱਦਮਾ ਚਲਾ ਸਕੇਗਾ। ਫਿਰ ਗਿਰਵੀ ਜ਼ਮੀਨਾਂ ਦੀ ਮੁਫਤ ਵਾਪਸੀ ਦਾ ਐਕਟ, ਇਹ 1938 ਦਾ ਐਕਟ ਲਾਗੂ ਹੋਇਆ। ਇਸ ਦੇ ਅਨੁਸਾਰ ਜੋ ਜ਼ਮੀਨਾਂ 8 ਜੂਨ 1901 ਦੇ ਬਾਅਦ ਕੁਰਕੀ ਦੁਆਰਾ ਵੇਚੀਆਂ ਗਈਆਂ ਸਨ ਅਤੇ 37 ਸਾਲਾਂ ਤੋਂ ਗਿਰਵੀ ਚਲੀਆਂ ਆ ਰਹੀਆਂ ਸੀ, ਉਹ ਸਾਰੀ ਦੀਆਂ ਸਾਰੀਆਂ ਜ਼ਮੀਨਾਂ ਕਿਸਾਨਾਂ ਨੂੰ ਵਾਪਸ ਇਹਨਾਂ ਨੇ ਦਵਾ ਦਿੱਤੀਆਂ। ਫਿਰ ਕਰਜ਼ ਮੁਆਫੀ ਦਾ ਐਕਟ 1934 ਦੇ ਵਿੱਚ, ਇਸ ਐਕਟ ਦੇ ਤਹਿਤ ਜੇਕਰ ਕਰਜ਼ ਦੇ ਪੈਸਿਆਂ ਤੋਂ 2 ਗੁਣਾ ਪੈਸਾ ਵਾਪਸ ਕਰ ਦਿੱਤਾ ਹੋਵੇ, ਆ ਗੱਲ ਧਿਆਨ ਦੇਣ ਵਾਲੀ ਹੈ ਕਿ ਇਸ ਐਕਟ ਦੇ ਤਹਿਤ ਜੇਕਰ ਕਰਜ਼ ਦੇ ਪੈਸਿਆਂ ਤੋਂ 2 ਗੁਣਾ ਪੈਸਾ ਵਾਪਸ ਕਰ ਦਿੱਤਾ ਗਿਆ ਹੋਵੇ ਵਿਆਜ ਦੇ ਰਾਹੀਂ ਤਾਂ ਸਾਰਾ ਕਰਜ਼ ਮੁਆਫ ਮੰਨਿਆ ਜਾਏਗਾ। ਤੇ ਫਿਰ ਖੇਤੀ ਉਤਪਾਦ ਮੰਡੀ ਐਕਟ 1938,
ਸਰ ਛੋਟੂ ਰਾਮ ਨੇ ਮਾਰਕੀਟ ਕਮੇਟੀਆਂ ਦਾ ਨਿਰਮਾਣ ਕਰਵਾਇਆ, ਜਿਸ ਕਾਰਨ ਕਿਸਾਨਾਂ ਨੂੰ ਫਸਲਾਂ ਦਾ ਵਧੀਆ ਭਾਅ ਮਿਲਿਆ। ਇਸ ਕਾਨੂੰਨ ਨਾਲ ਕਿਸਾਨਾਂ ਨੂੰ ਆੜ੍ਹਤੀਆਂ ਦੇ ਸ਼ੋਸ਼ਣ ਤੋਂ ਛੁਟਕਾਰਾ ਮਿਲਿਆ ਤੇ ਸਨ 1945 ਵਿੱਚ ਇਹਨਾਂ ਦੀ ਮੌਤ ਹੋ ਗਈ। ਸਰ ਛੋਟੂ ਰਾਮ ਜੀਵਨ ਭਰ ਇੱਕ ਧਰਮ ਨਿਰਪੱਖ ਵਿਅਕਤੀ ਰਹੇ। ਇੱਕ ਕਿਸਾਨ ਦੇ ਜੀਵਨ ਵਿੱਚ ਦਿਲਚਸਪੀ ਰੱਖਣ ਤੋਂ ਇਲਾਵਾ ਉਹਨਾਂ ਨੇ ਮੁੱਖ ਤੌਰ ਤੇ ਨਿੱਜੀ ਉਦਮ ਦੇ ਹੱਥਾਂ ਵਿੱਚੋਂ ਵੀ ਵੱਡੇ ਪੈਮਾਨੇ ਤੇ ਉਦਯੋਗੀਕਰਨ ਲਿਆਉਣ ਦਾ ਸਮਰਥਨ ਕੀਤਾ, ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ। ਸਰ ਛੋਟੂ ਰਾਮ ਜਿਹੜੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਸੀ, ਉਸ ਬਟਵਾਰੇ ਦੇ ਵੀ ਸਖਤ ਵਿਰੋਧੀ ਸਨ। ਇਹ ਸਰ ਛੋਟੂ ਰਾਮ ਦੀ ਸੰਖੇਪ ਜੀਵਨੀ, ਜਿਨ੍ਹਾਂ ਦੇ ਜਨਮ ਦਿਨ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਏਕਤਾ ਇਕਜੁੱਟਤਾ ਦਿਵਸ ਵੱਲੋਂ ਸਮੁੱਚੇ ਭਾਰਤ ਵਿੱਚ ਮਨਾਇਆ ਜਾਵੇਗਾ। ਫਿਰ ਜਿਸ ਦਿਨ ਮੈਂ ਇਹ ਤੁਹਾਡੇ ਨਾਲ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ ਸੀ, ਕਈ ਕਮੈਂਟ ਆਏ ਸਨ ਕਿ ਸਰ ਛੋਟੂ ਰਾਮ ਕੌਣ, ਕਿਉਂ ਉਹਨਾਂ ਦੇ ਜਨਮ ਦਿਨ ਨੂੰ ਇਕਜੁੱਟਤਾ ਦਿਵਸ ਵਜੋਂ ਮਨਾਏ ਜਾਣ ਦੀ ਗੱਲ ਕੀਤੀ ਹੈ। ਆਹ ਸਨ ਸਰ ਛੋਟੂ ਰਾਮ। ਅਗਲੀ ਖਬਰ ਸਾਡੇ ਆਪਣੇ ਇਸ ਮੁਲਕ ਕੈਨੇਡਾ ਤੋਂ ਹੈ। ਸਖਤ ਪਾਬੰਦੀਆਂ ਦਾ ਐਲਾਨ ਆਨਰੇਬਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਰ ਦਿੱਤਾ ਹੈ। ਹੁਣ ਕੈਨੇਡਾ ਪਹੁੰਚਣ ਵਾਲੇ ਕਿਸੇ ਵੀ ਵਿਅਕਤੀ ਲਈ, ਕਿਸੇ ਵੀ ਯਾਤਰੀ ਦੇ ਵਾਸਤੇ ਕੋਵਿਡ-19 ਦਾ ਟੈਸਟ ਮੈਂਡੇਟਰੀ ਕਰ ਦਿੱਤਾ ਗਿਆ, ਲਾਜ਼ਮੀ ਕਰਾਰ ਦੇ ਦਿੱਤਾ ਗਿਆ ਅਤੇ ਹੋਰ ਵੀ ਕਈ ਲੋੜੀਂਦੇ ਕਦਮ 10 ਦਿਨਾਂ ਦੇ ਵਿਚਕਾਰ ਲਾਗੂ ਹੋ ਜਾਣੇ ਨੇ। ਇਸ ਨੂੰ 22 ਜਨਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ, ਮਾਫ ਕਰਨਾ 22 ਫਰਵਰੀ ਤੋਂ ਇਹ ਲਾਗੂ ਹੋ ਜਾਏਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੁਝ ਐਸੈਂਸ਼ੀਅਲ ਵਰਕਰਾਂ ਭਾਵ ਜ਼ਰੂਰੀ ਕੰਮਾਂ ਨਾਲ ਸੰਬੰਧਿਤ ਵਰਕਰਾਂ ਨੂੰ ਢਿੱਲ ਦਿੱਤੀ ਜਾ ਸਕਦੀ ਹੈ, ਪਰ ਉਹਨਾਂ ਫਿਰ ਤੋਂ ਇੱਕ ਵਾਰ ਦੁਹਰਾਇਆ ਕਿ ਕਿਸੇ ਵੀ ਵਿਅਕਤੀ ਨੂੰ ਫਿਲਹਾਲ ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ, ਬਚਾਅ ਕਰਨਾ ਚਾਹੀਦਾ। ਉਹਨਾਂ ਕੋਵਿਡ-19 ਦੇ ਮਾਮਲਿਆਂ ਤੇ ਕਾਬੂ ਪਾਉਣ ਲਈ ਹੁਣ ਨਵੀਆਂ ਪਾਬੰਦੀਆਂ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਖਾਸ ਤੌਰ ਤੇ ਵਾਇਰਸ ਦੇ ਨਵੇਂ ਵੇਰੀਐਂਟਸ ਫੈਲ ਰਹੇ ਨੇ, ਇਸ ਕਰਕੇ ਇਹ ਕਦਮ ਚੁੱਕਣੇ ਕੈਨੇਡਾ ਵਾਸਤੇ ਜ਼ਰੂਰੀ ਹੋ ਗਏ ਹੈ। ਦੱਸਣਾ ਬਣਦਾ ਕਿ ਕੈਨੇਡਾ ਆ ਰਹੇ ਯਾਤਰੀਆਂ ਨੂੰ ਪਹਿਲਾਂ ਹੀ 14 ਦਿਨ ਦਾ ਕੁਆਰੰਟੀਨ ਲਾਜ਼ਮੀ ਸੀ, ਪਰ ਨਵੇਂ ਕਦਮਾਂ ਦੇ ਤਹਿਤ ਹਰ ਯਾਤਰੀ ਨੂੰ ਜਿਹੜਾ ਵਿਦੇਸ਼ ਦੀ ਯਾਤਰਾ ਤੋਂ ਆਵੇਗਾ, ਕਿਸੇ ਵੀ ਫਲਾਈਟ ਵਿੱਚ ਚੜ੍ਹਨ ਤੋਂ ਪਹਿਲਾਂ ਸਰਕਾਰ ਵੱਲੋਂ ਮਨਜ਼ੂਰੀ ਹਾਸਲ ਕਰ ਚੁੱਕੇ ਹਵਾਈ ਅੱਡਿਆਂ ਦੇ ਨੇੜਲੇ ਹੋਟਲਾਂ ਦੇ ਵਿੱਚ 3 ਦਿਨਾਂ ਦੇ ਵਾਸਤੇ ਕੁਆਰੰਟੀਨ ਦੀ ਬੁਕਿੰਗ ਲਾਜ਼ਮੀ ਹੋਏਗੀ। ਹਵਾਈ ਅੱਡੇ ਤੇ ਉਤਰਦੇ ਹੋਏ ਕੋਵਿਡ-19 ਦਾ ਟੈਸਟ ਲਾਜ਼ਮੀ ਹੋਏਗਾ ਅਤੇ ਫਿਰ ਕੁਆਰੰਟੀਨ ਦਾ ਸਮਾਂ ਖਤਮ ਹੋਣ ਤੋਂ ਬਾਅਦ ਵੀ 19 ਕੋਵਿਡ ਦਾ ਟੈਸਟ ਇੱਕ ਵਾਰੀ ਫਿਰ ਤੋਂ ਲਾਜ਼ਮੀ ਹੋਏਗਾ। ਕੁੱਲ ਮਿਲਾ ਕੇ ਖਰਚਾ $2000 ਦੇ ਨੇੜੇ ਤੇੜ ਦਾ ਬਣਦਾ ਹੈ। ਸੋ ਇਸ ਕਰਕੇ ਇਹ ਜਿਹੜੀਆਂ ਨਵੀਆਂ ਅਤੇ ਸਖਤ ਪਾਬੰਦੀਆਂ ਨੇ ਆਉਣ ਵਾਲੀ 22 ਤਰੀਕ ਤੋਂ ਭਾਵ 22 ਫਰਵਰੀ ਤੋਂ ਲਾਗੂ ਹੋ ਜਾਣਗੀਆਂ। ਸੋ ਜੇਕਰ ਕੋਈ ਕੈਨੇਡਾ ਆਉਣਾ ਚਾਹੁੰਦਾ ਹੈ ਤਾਂ ਉਹ ਪਹਿਲਾਂ ਆਪਣੇ ਇਹ ਪ੍ਰਬੰਧ ਲਾਜ਼ਮੀ ਕਰਕੇ ਰੱਖੇ। ਜੇਕਰ ਇੰਨਾ ਖਰਚ ਝੱਲਣ ਦੀ ਯੋਗਤਾ ਸਮਰੱਥਾ ਰੱਖਦਾ ਹੋਇਆ ਫਿਰ ਆਵੇ, ਨਹੀਂ ਤਾਂ ਉਹਨਾਂ ਵਾਸਤੇ ਕੈਨੇਡਾ ਦੇ ਵਿੱਚ ਆਉਣਾ ਹੁਣ ਸੁਖਾਲਾ ਨਹੀਂ ਰਹੇਗਾ। ਅਗਲੀ ਖਬਰ ਵੀ ਸਾਡੇ ਇੱਥੋਂ ਲੋਅਰ ਮੇਨਲੈਂਡ ਦੇ ਵਿੱਚ ਇੱਕ ਗੋਲੀ ਚੱਲੀ ਹੈ ਤੇ ਇੱਕ ਵਿਅਕਤੀ ਦੇ ਮਰਨ ਦੀ ਵੀ ਖਬਰ ਹੈ। ਬੀਤੀ ਰਾਤ ਬਰਨਬੀ ਦੇ ਵਿੱਚ ਗੋਲੀ ਚੱਲੀ ਤੇ ਜਾਣਕਾਰੀ ਇਹ ਹੈ ਕਿ ਜਿਹੜੇ ਵਿਅਕਤੀ ਦੇ ਗੋਲੀ ਲੱਗੀ ਸੀ ਉਹਦੀ ਮੌਤ ਹੋ ਗਈ। ਬਰਨਬੀ RCMP ਦੇ ਮੁਤਾਬਕ ਤਕਰੀਬਨ 10 ਵਜੇ ਗਿੱਲੀ ਐਵਨਿਊ ਦੇ ਨੇੜੇ ਮੈਕੀ ਸਟਰੀਟ ਦੇ ਨੇੜੇ 6200 ਬਲਾਕ ਤੇ ਰਿਹਾਇਸ਼ੀ ਇਲਾਕੇ ਦੇ ਵਿੱਚ ਇਹ ਗੋਲੀ ਚੱਲੀ। ਪੁਲਿਸ ਮੁਤਾਬਕ ਜਦੋਂ RCMP ਦੇ ਆਫੀਸਰ ਉੱਥੇ ਪਹੁੰਚੇ ਤਾਂ ਇੱਕ ਵਿਅਕਤੀ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਕਾਹਲੀ ਦੇ ਨਾਲ ਰਾਇਲ ਕੋਲੰਬੀਅਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਪਰ ਕੁਝ ਸਮੇਂ ਬਾਅਦ ਜ਼ਖਮਾਂ ਦੀ ਤਾਬ ਨਾ ਝੱਲਦਾ ਉਹ ਦਮ ਤੋੜ ਗਿਆ। ਉਹਦੀ ਹਾਲੇ ਤੱਕ ਜਿਹੜੀ ਪਹਿਚਾਣ ਜਨਤਕ ਤਾਂ ਨਹੀਂ ਕੀਤੀ ਗਈ, ਪਰ ਦੱਸਣਾ ਬਣਦਾ ਕਿ ਇਹ ਘਟਨਾ ਬਰਨਬੀ ਦੇ ਉਸੇ ਪਾਰਕ ਦੇ ਨਜ਼ਦੀਕ ਵਾਪਰੀ ਹੈ ਜਿੱਥੇ ਬੀਤੀ 3 ਫਰਵਰੀ ਨੂੰ 32 ਵਰ੍ਹਿਆਂ ਦੇ ਕ੍ਰਿਸ ਕੈਨਵਰਦੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹੁਣ ਕੈਨਵਰਦੀ ਦਾ ਕਤਲ ਮੈਟਰੋ ਵੈਨਕੂਵਰ ਦੇ ਵਿੱਚ 12 ਘੰਟੇ ਦੌਰਾਨ ਵਾਪਰਿਆ ਦੂਸਰਾ ਕਤਲ ਸੀ ਅਤੇ ਪੁਲਿਸ ਅਫਸਰਾਂ ਨੇ ਦੱਸਿਆ ਸੀ ਕਿ ਦੋਵੇਂ ਵਾਰਦਾਤਾਂ ਮਿੱਥ ਕੇ ਕੀਤੀਆਂ ਗਈਆਂ, ਮਿੱਥ ਕੇ ਨਿਸ਼ਾਨੇ ਬਣਾਏ ਗਏ। ਹਾਲਾਂਕਿ ਇਹ ਗੱਲ ਸਪਸ਼ਟ ਨਹੀਂ ਸੀ ਕੀਤੀ ਗਈ ਕਿ ਦੋਵਾਂ ਘਟਨਾਵਾਂ ਦੇ ਵਿੱਚ ਆਪਸ ਦਾ ਕੋਈ ਸੰਬੰਧ ਹੈ ਜਾਂ ਨਹੀਂ। ਦੱਸਣਾ ਬਣਦਾ ਕਿ ਬੀਤੇ ਵਰੇ ਮੈਟਰੋ ਵੈਨਕੂਵਰ ਇਲਾਕੇ ਵਿੱਚ ਵਾਪਰੀਆਂ ਅੱਧਾ ਦਰਜਨ ਗੈਂਗ ਸੰਬੰਧੀ ਵਾਰਦਾਤਾਂ ਦੇ ਸਿਲਸਿਲੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਇਹਨਾਂ ਵਿੱਚੋਂ ਇੱਕ ਵਾਰਦਾਤ ਸਰੀ ਵਿੱਚ 14 ਸਾਲ ਦੇ ਬਰਨਬੀ ਦੇ ਨਿਵਾਸੀ ਨੂੰ ਨਿਸ਼ਾਨਾ ਬਣਾ ਕੇ ਅਤੇ ਵੀਰਵਾਰ ਦੀ ਆ ਘਟਨਾ
आई हिट ਵੱਲੋਂ ਆਪਣੇ ਹੱਥਾਂ ਵਿੱਚ ਲੈ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਗੋਲੀਬਾਰੀ ਦਾ ਦਰਅਸਲ ਕਾਰਨ ਕੀ ਰਿਹਾ। ਕਈ ਪਹਿਲੂਆਂ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਇਹ ਖਬਰ ਮੈਂ ਪੜ੍ਹ ਹੀ ਰਿਹਾ ਸੀ, ਇੱਕ ਹੋਰ ਖਬਰ ਫਲੈਸ਼ ਹੋਈ। ਉਹ ਹਰਿਆਣਾ ਦੇ ਰੋਹਤਕ ਦੇ ਵਿੱਚੋਂ ਖਬਰ ਮਿਲੀ ਹੈ, ਉੱਥੇ ਵੀ ਗੋਲੀ ਚੱਲੀ ਹੈ। ਜਾਟ ਕੌਲ ਦੇ ਸਥਿਤ ਅਖਾੜੇ ਵਿੱਚ ਹਮਲਾਵਰਾਂ ਨੇ ਕਹਿੰਦੇ ਦਾਖਲ ਹੋ ਕੇ ਭਲਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 2 ਔਰਤ ਭਲਵਾਨਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਮਰਨ ਵਾਲਿਆਂ ਵਿੱਚ ਕੋਚ ਅਤੇ ਉਸ ਦੀ ਪਹਿਲਵਾਨ ਪਤਨੀ ਵੀ ਸ਼ਾਮਲ ਹੈ। ਦਰਅਸਲ ਇਹ ਕਿਸੇ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਅਤੇ PGI ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਵਿੱਚ ਮਨੋਜ ਅਤੇ ਉਸ ਦੀ ਪਤਨੀ ਸਾਕਸ਼ੀ, ਜ਼ਖਮੀਆਂ ਵਿੱਚ ਮਨੋਜ ਦਾ 3 ਸਾਲ ਦਾ ਬੇਟਾ ਸਰਤਾਜ ਅਤੇ ਇੱਕ ਹੋਰ ਭਲਵਾਨ ਦੱਸਿਆ ਜਾ ਰਿਹਾ ਹੈ। ਦੇਰ ਰਾਤ ਤੱਕ ਪੁਲਿਸ ਮੌਕੇ ਤੇ ਜਾਂਚ ਪੜਤਾਲ ਵਿੱਚ ਰੁੱਝੀ ਹੋਈ ਸੀ। ਪੁਲਿਸ ਦਾ ਕਹਿਣਾ ਸੀ ਕਿ 5 ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਆਲੇ ਦੁਆਲੇ ਦੇ ਲੱਗੇ CCTV ਕੈਮਰੇ ਖੰਗਾਲ ਰਹੀ ਹੈ। ਹਾਲੇ ਤੱਕ ਪਰ ਪੁਲਿਸ ਨੇ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ, ਪਰ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਕੁਸ਼ਤੀ ਵਿੱਚ ਚੋਣ ਨੂੰ ਲੈ ਕੇ ਪਿੰਡ ਬੜੌਦਾ ਦੇ ਰਹਿਣ ਵਾਲੇ ਕੋਚ ਸੁਖਵਿੰਦਰ ਅਤੇ ਜਾਟ ਕਾਲਜ ਨੇੜੇ ਅਖਾੜੇ ਦੇ ਇੱਕ ਪ੍ਰਬੰਧਕ ਮਨੋਜ ਦੇ ਵਿਚਕਾਰ ਵਿਵਾਦ ਚੱਲ ਰਿਹਾ ਸੀ। ਸ਼ਾਇਦ ਉਸੇ ਹੀ ਵਿਵਾਦ ਦੇ ਕਾਰਨ ਆਹ ਗੋਲੀਬਾਰੀ ਹੋਈ ਹੈ, ਜਿਸ ਨੇ 5 ਜਾਨਾਂ ਲੈ ਲਈਆਂ ਨੇ। ਅਤੇ ਆਹ ਪਟਾਕੇ ਦੀਆਂ ਫੈਕਟਰੀਆਂ ਨੇ ਬੜੀ ਵਾਰੀ ਪਟਾਕੇ ਪਾਏ ਆ। ਨਾ ਪਟਾਕੇ ਬਣਾਉਣ ਵਾਲੇ ਸੁਧਰਦੇ ਆ, ਤਾਂ ਨਾ ਚਲਾਉਣ ਵਾਲੇ ਸੁਧਰਦੇ ਆ। ਜਾਣਕਾਰੀ ਮਿਲ ਰਹੀ ਹੈ ਕਿ ਤਾਮਿਲਨਾਡੂ ਦੇ ਵਿਰੁੱਧ ਨਗਰ ਦੇ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਨੂੰ ਅੱਗ ਲੱਗੀ ਹੈ। ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋਈ ਹੈ, 36 ਹੋਰ ਜ਼ਖਮੀ ਹੋਏ ਨੇ। ਹੁਣ ਉੱਥੋਂ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 3-3 ਲੱਖ ਰੁਪਏ ਦੀ ਸਹਾਇਤਾ ਰਾਸ਼ੀ, ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ। ਸੋ ਭਾਵੇਂ ਇਹ ਸਹਾਇਤਾ ਰਾਸ਼ੀ ਮਿਲ ਜਾਏਗੀ, ਪਰ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਨਾਲ ਹਰ ਸਾਲ ਕਈ ਦਰਜਨਾਂ ਮੌਤਾਂ ਹੋ ਜਾਂਦੀਆਂ ਨੇ। ਉਹਨਾਂ ਵਿੱਚੋਂ ਕਈ ਪਟਾਕਾ ਫੈਕਟਰੀਆਂ ਤਾਂ ਉਹ ਹੁੰਦੀਆਂ ਨੇ ਜਿਹੜੀਆਂ ਗੈਰ ਕਾਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਹੁੰਦੀਆਂ ਨੇ। ਸੋ ਇਹ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਦੁਖਦਾਇਕ ਨੇ ਤੇ ਇਹਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਹੈ। ਪਰਮਾਤਮਾ ਕਰੇ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਕੱਲ੍ਹ ਦੇ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਇੱਕ ਗੋਲਮਾਲ ਸਰਕਾਰੀ ਤੰਤਰ ਦੇ ਵਿੱਚ ਘਪਲੇਬਾਜ਼ੀ ਦੀ ਖਬਰ ਸਰਕਾਰੀ ਤੰਤਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਜਦੋਂ ਖਬਰਾਂ ਇੱਧਰੋਂ ਉੱਧਰੋਂ ਸਰਕਾਰ ਦੇ ਕੰਨੀ ਪੈਂਦੀਆਂ ਨੇ ਤਾਂ ਉਹਦਾ ਅਸਰ ਜ਼ਰੂਰ ਹੁੰਦਾ ਹੈ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਉਹ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਇੱਕ ਬੁਲਟ ਮੋਟਰਸਾਈਕਲ ਵੀ ਹੈ ਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਵੀ ਉਸੇ ਨੰਬਰ ਤੇ ਚੱਲੀ ਜਾਂਦੀ ਹੈ। ਇਹ ਮਾਮਲਾ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਗਿਆ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਹੈ। ਤੇ ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰਾਲਾ ਵੀ ਹਰਕਤ ਵਿੱਚ ਆ ਗਿਆ ਹੈ ਤੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਸੰਬੰਧਿਤ ਵਿਭਾਗਾਂ ਨੂੰ ਤੁਰੰਤ ਜਾਂਚ ਦੇ ਹੁਕਮ ਚਾੜੇ ਹੈ। ਹੁਣ ਤੁਸੀਂ ਦੇਖੋ ਕਿ ਸਰਕਾਰੀ ਖੇਡ ਕਿਵੇਂ ਹੈ, ਸਰਕਾਰੀ ਤੰਤਰ ਹੈ ਕਿਵੇਂ। ਬੁਲਟ ਨੂੰ ਬਣਾਤਾ ਭਾਈ ਸਾਹਿਬਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ। ਹੁਣ ਤੁਸੀਂ ਦੇਖੋ ਕਿ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਕਿਵੇਂ ਚੱਲਦੀ ਹੋਣੀ ਹੈ। ਇਹ ਹਾਲੇ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਅੱਜ ਲਗਭਗ ਇਸੇ ਤਰ੍ਹਾਂ ਦੀ ਮਿਲਦੀ ਖਬਰ ਹੈ। ਅੱਜ ਬਜਾਜ ਮੋਟਰਸਾਈਕਲ ਬਣਾਤਾ ਕੋਈ ਹੋਰ ਗੱਡੀ। ਇਹ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਦੋਂ ਵਿੱਚ ਜਾਂਚ ਕੀਤੀ ਜਾਂਦੀ ਹੈ, ਡੁਬਕੀਆਂ ਮਾਰੀਆਂ ਜਾਂਦੀਆਂ ਨੇ, ਪਤਾ ਫਿਰ ਲੱਗਦਾ ਹੈ ਕਿ ਅੰਦਰ ਸਭ ਗੋਲਮਾਲ ਹੈ। ਹੁਣ ਇਸ ਖਬਰ ਤੋਂ ਬਾਅਦ ਮੁੱਖ ਮੰਤਰੀ ਦੇ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ IAS ਕਾਕਾ ਮਾਨਾ ਸ਼ਿਵਾ ਪ੍ਰਸ਼ਾਦ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਡਾਇਰੈਕਟਰ ਜਨਰਲ ਆਫ ਫਾਇਰ ਸਰਵਿਸਿਜ਼, ਸਿਵਲ ਡਿਫੈਂਸ ਤੇ ਹੋਮਗਾਰਡ ਦਿੱਲੀ ਨੂੰ ਪੜਤਾਲ ਕਰਨ ਦੇ ਹੁਕਮ ਚਾੜ ਦਿੱਤੇ ਗਏ ਹੈ। ਇਸ ਮਾਮਲੇ ਵਿੱਚ ਪੰਜਾਬ ਸਟੇਟ ਡਿਜ਼ਾਸਟਰ ਕੰਟਰੋਲ ਚੰਡੀਗੜ੍ਹ, ਸਥਾਨਕ ਸਰਕਾਰਾਂ ਵਿਭਾਗ ਡਾਇਰੈਕਟਰ ਅਤੇ ਵਿੱਤ ਕਮਿਸ਼ਨਰ ਪੰਜਾਬ ਨੂੰ ਵੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹੈ। ਤੁਸੀਂ ਦੇਖੋ ਕਿ ਕਿੰਨੇ ਵਿਭਾਗ ਹਰਕਤ ਵਿੱਚ ਆ ਗਏ ਹੈ ਤੇ ਇਸ ਖਬਰ ਦਾ ਫਿਰ ਨੋਟਿਸ ਲੈਂਦਿਆਂ ਮੋਹਾਲੀ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ। ਤਾਂ ਤੁਸੀਂ ਕਾਲਾ ਮਾਲਾ ਦੇਖੋ ਕਿ PV 65 AG 1284 ਵਾਂਗ ਇੱਕ ਹੋਰ ਕੇਸ ਅੱਜ ਸਾਹਮਣੇ ਆ ਗਿਆ। ਇਸ ਕੇਸ ਦੇ ਵਿੱਚ 150 cc ਵਾਲਾ ਇੱਕ ਬਜਾਜ ਮੋਟਰਸਾਈਕਲ ਨੂੰ 6000 cc ਵਾਲੀ ਫਾਇਰ ਬ੍ਰਿਗੇਡ ਗੱਡੀ ਬਣਾ ਕੇ ਚਲਾਇਆ ਜਾ ਰਿਹਾ ਹੈ।
ਕੱਲ੍ਹ ਦੀ ਖਬਰ ਸੀ ਕਿ 350 सीसी बुलेट मोटरसाइकिल ਨੂੰ फायर ब्रिगेड ਦੀ ਗੱਡੀ ਬਣਾ ਕੇ ਚਲਾਇਆ ਜਾ ਰਿਹਾ ਹੈ। PV 65 AG 1280 ਨੰਬਰ ਵੀ ਪੰਜਾਬ ਦੇ 2 ਜ਼ਿਲ੍ਹਿਆਂ ਦੀਆਂ ਵੱਖੋ-ਵੱਖ ਗੱਡੀਆਂ ਵੱਖੋ-ਵੱਖ ਵਾਹਨਾਂ ਤੇ ਚੱਲ ਰਿਹਾ ਹੈ। ਇਹਨਾਂ ਵਿੱਚ ਇੱਕ ਬਜਾਜ ਮੋਟਰਸਾਈਕਲ ਹੈ ਤੇ ਦੂਸਰੀ ਸਰਕਾਰੀ ਫਾਇਰ ਵਿਭਾਗ ਦੀ ਗੱਡੀ ਹੈ। RTA ਦਫ਼ਤਰ ਮੋਹਾਲੀ ਦੇ ਰਿਕਾਰਡ ਦੇ ਅਨੁਸਾਰ PV 65 AG 1280 ਮੋਟਰਸਾਈਕਲ 6 ਅਪ੍ਰੈਲ 2016 ਨੂੰ ਖਰੀਦਿਆ ਗਿਆ ਅਤੇ ਬੀਮਾ 30 ਮਾਰਚ 2016 ਤੋਂ 29 ਮਾਰਚ 2017 ਤੱਕ ਕਰਵਾਇਆ ਗਿਆ। RC 5 ਅਪ੍ਰੈਲ 2031 ਤੱਕ ਅਤੇ ਰਾਜਪਾਲ ਸਿੰਘ ਪਿੰਡ ਝਿਓਰਹੇੜੀ ਜ਼ਿਲ੍ਹਾ ਮੋਹਾਲੀ ਦੇ ਨਾਮ ਤੇ ਦਰਜ ਹੈ। ਤੇ ਨਿੱਜੀ ਬੀਮਾ ਕੰਪਨੀ ਦੇ ਰਿਕਾਰਡ ਦੇ ਮੁਤਾਬਕ ਇੱਕ ਹੋਰ ਓਪਨ ਬਾਡੀ ਡੀਜ਼ਲ ਤੇ ਚੱਲਣ ਵਾਲੀ ਢੁਆਈ ਵਾਲੀ ਗੱਡੀ ਟਾਟਾ ਟਰੱਕ LPT ਮਾਡਲ 2018 16 13 ਜਿਸਦਾ ਰੰਗ ਲਾਲ ਹੈ ਜੋ ਕਿ RTO ਤਾਮਿਲਨਾਡੂ ਦੇ ਰਿਕਾਰਡ ਦੇ ਵਿੱਚ ਦਰਜ ਹੈ ਅਤੇ ਬੀਮਾ ਕੰਪਨੀ ਕੋਲ ਸਿਰਫ ਖਰੀਦ ਦੀ ਰਸੀਦ ਹੈ। ਇਹਦੇ ਤੋਂ ਇਲਾਵਾ ਹੋਰ ਕੰਪਨੀ ਕੋਲ ਨਾ ਕੋਈ RC ਨਾ ਕੋਈ ਹੋਰ ਡਾਕੂਮੈਂਟ ਹੈ। ਇੱਕੋ ਹੀ ਨੰਬਰ ਤੇ ਦੋ ਗੱਡੀਆਂ, ਨਾ 84 ਨੰਬਰ ਮੇਲ ਖਾ ਰਹੇ ਹੈ ਨਾ ਇੰਜਣ ਨੰਬਰ ਮੇਲ ਖਾ ਰਹੇ ਹੈ। ਇਹਦਾ ਮਤਲਬ ਪਹਿਲਾਂ ਤਾਂ ਖਬਰਾਂ ਇਹ ਆਉਂਦੀਆਂ ਸੀ ਕਿ ਇੱਕ ਪਰਮਿਟ ਤੇ ਕਿਸੇ ਖਾਸ ਕੰਪਨੀ ਦੀਆਂ ਕਿਸੇ ਖਾਸ ਸਿਆਸੀ ਘਰਾਣੇ ਦੀਆਂ 2-2 3-3 ਬੱਸਾਂ ਚੱਲ ਰਹੀਆਂ ਨੇ ਇੱਕੋ ਹੀ ਰੂਟ ਤੇ। ਪਰ ਆਹ ਹੈਰਾਨੀ ਦੀ ਗੱਲ ਹੈ ਕਿ ਮੋਟਰਸਾਈਕਲ ਕੋਈ ਖਰੀਦਦਾ ਆਪਣੇ ਵਰਗਾ ਵਿਅਕਤੀ ਸਰਕਾਰੀ ਵਿਭਾਗ ਦੇ ਵਿੱਚ ਉਸੇ ਹੀ ਨੰਬਰ ਦੇ ਉੱਤੇ ਗੱਡੀਆਂ ਦੌੜੀਆਂ ਫਿਰ ਰਹੀਆਂ ਨੇ। ਆਹ 2 ਦਿਨਾਂ ਦੇ ਵਿੱਚ 2 ਖਬਰਾਂ ਸਾਹਮਣੇ ਆ ਗਈਆਂ। ਇਹਦਾ ਮਤਲਬ ਜੇ ਸਾਰੀ ਸਰਕਾਰੀ ਗੱਡੀਆਂ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਹੋਰ ਇਸ ਤਰ੍ਹਾਂ ਦਾ ਗੋਲਮਾਲ ਕਿੰਨੇ ਵੱਡੇ ਪੱਧਰ ਤੇ ਹੋਵੇਗਾ। ਆਪਣੇ ਆਪ ਦੇ ਵਿੱਚ ਇਹ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਕਿ ਸਰਕਾਰੀ ਤੰਤਰ ਦੇ ਵਿੱਚ ਸਭ ਕੁਝ ਅੱਛਾ ਨਹੀਂ। ਅਗਲੀ ਖਬਰ, ਤੁਹਾਨੂੰ ਪਤਾ ਹੈ ਕਿ ਕਾਨੂੰਨਾਂ ਦੀ ਵਾਪਸੀ ਦੇ ਵਾਸਤੇ ਸੰਘਰਸ਼ ਚੱਲ ਰਿਹਾ ਹੈ। ਦਲਾਲ ਖਾਪ 84 ਵੱਲੋਂ ਬੇਰੀ ਰੋਡ ਬਹਾਦਰਗੜ੍ਹ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਕੀਤੀ ਗਈ। ਇਸ ਮਹਾਪੰਚਾਇਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਭਾਵੇਂ ਜਿੰਨੇ ਮਰਜ਼ੀ ਹੱਥ ਕੰਡੇ ਅਪਣਾਈ ਜਾਵੇ ਪਰ ਜਦੋਂ ਤੱਕ ਤਿੰਨੇ ਹੀ ਖੇਤੀ ਕਾਨੂੰਨ ਰੱਦ ਨਹੀਂ ਕਰਦੀ, MSP ਦੀ ਕਾਨੂੰਨੀ ਗਰੰਟੀ ਲਿਖਤੀ ਰੂਪ ਵਿੱਚ ਨਹੀਂ ਦਿੰਦੀ, ਉਦੋਂ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ। ਰਾਕੇਸ਼ ਟਕੈਤ ਨੇ ਕਿਹਾ ਕਿ ਐਤਵਾਰ ਤੋਂ ਹਰਿਆਣਾ, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਵਿੱਚ ਕਿਸਾਨਾਂ ਦੀ ਹਮਾਇਤ ਦੇ ਵਿੱਚ 7 ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਕਿਸਾਨ ਮਹਾਪੰਚਾਇਤਾਂ ਹਰਿਆਣਾ ਦੇ ਕਰਨਾਲ, ਰੋਹਤਕ, ਸਿਰਸਾ, ਹਿਸਾਰ ਅਤੇ ਮਹਾਰਾਸ਼ਟਰ ਦੇ ਅਕੋਲਾ ਅਤੇ ਰਾਜਸਥਾਨ ਦੇ ਸਿੱਕਰ ਜ਼ਿਲ੍ਹੇ ਵਿੱਚ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ 23 ਫਰਵਰੀ ਤੱਕ ਚੱਲਣ ਵਾਲੀਆਂ ਇਹ ਮਹਾਪੰਚਾਇਤਾਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਦਾ ਇੱਕ ਹਿੱਸਾ ਨੇ। ਟਕੈਤ ਨੇ ਕਿਹਾ ਕਿ ਮੰਚ ਤੇ ਪੰਚ ਪਹਿਲਾਂ ਵਾਲਾ ਹੀ ਭਾਵ ਸਿੰਘੂ ਹੀ ਰਹੇਗਾ। ਸਰਕਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ ਹੀ ਗੱਲਬਾਤ ਕਰਨੀ ਹੋਏਗੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾਕਟਰ ਦਰਸ਼ਨਪਾਲ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਨਾਮ ਸਿੰਘ ਚੜੂਨੀ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ ਅਤੇ ਵਿਕਾਸ ਸੀਸਰ ਸਮੇਤ ਖਾਪ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸ਼ਾਇਦ ਇਸ ਭੁਲੇਖੇ ਵਿੱਚ ਹੈ ਕਿ ਕਿਸਾਨ ਥੱਕ ਜਾਣਗੇ, ਹਾਰ ਜਾਣਗੇ ਤੇ ਆਪਣੇ ਘਰਾਂ ਨੂੰ ਪਰਤ ਜਾਣਗੇ। ਪਰ ਸਰਕਾਰ ਨੂੰ ਇਹ ਭੁਲੇਖਾ ਕੱਢ ਲੈਣਾ ਚਾਹੀਦਾ ਕਿ ਇਹ ਅੰਦੋਲਨ ਲੰਬਾ ਚੱਲੇਗਾ, ਪੂਰੇ ਦੇਸ਼ ਵਿੱਚ ਚੱਲੇਗਾ, ਪੈਰ ਜਮਾ ਕੇ ਚੱਲੇਗਾ। ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਆਗੂ ਰਾਕੇਸ਼ ਟਕੈਤ ਨੇ ਕਿਹਾ ਕਿ ਮਹਾਪੰਚਾਇਤਾਂ ਹੁਣ ਦੇਸ਼ ਭਰ ਵਿੱਚ ਕੀਤੀਆਂ ਜਾਣਗੀਆਂ, ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਏਗਾ। ਉਹਨਾਂ ਮਹਿੰਦਰ ਸਿੰਘ ਟਕੈਤ ਵੇਲੇ ਦਿੱਲੀ ਨੂੰ ਪਾਏ ਘੇਰੇ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਕਿਸਾਨ ਪਿੱਛੇ ਹਟਣ ਵਾਲੇ ਨਹੀਂ, ਸਾਡਾ ਇਤਿਹਾਸ ਫਰੋਲ ਕੇ ਦੇਖਣ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਸਕਦੀ ਹੈ ਤੇ ਕਰ ਰਹੀ ਹੈ ਤੇ ਮੋਦੀ ਸਾਹਿਬ ਕਹਿੰਦੇ ਸੀ ਇੱਕ ਫੋਨ ਕਾਲ ਦੀ ਦੂਰੀ ਤੇ ਹੈ ਜਦੋਂ ਕੋਈ ਅਸਲ ਵਿੱਚ ਗੱਲਬਾਤ ਤੋਂ ਵੀ ਭੱਜ ਚੁੱਕੇ ਆ। ਕਿਸਾਨ ਮੋਰਚੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਅੰਦੋਲਨ ਦੌਰਾਨ 228 ਜਾਨਾਂ ਜਾ ਚੁੱਕੀਆਂ ਨੇ ਤੇ ਕਿੰਨੀ ਸ਼ਰਮਨਾਕ ਹੈ ਕਿ ਸੰਸਦ ਦੇ ਵਿੱਚ ਇਹ ਸਰਕਾਰ ਮੰਨ ਵੀ ਰਹੀ ਹੈ ਕਿ ਉਹਨਾਂ ਦੀ ਅਜਿਹੇ ਸ਼ਹੀਦ ਪਰਿਵਾਰਾਂ ਨੂੰ ਸਮਰਥਨ ਦੇਣ ਦੀ ਕੋਈ ਯੋਜਨਾ ਨਹੀਂ। ਸਰਕਾਰ ਨੂੰ ਹੀ ਮੌਤਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ। ਇਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਤੇ ਮਹਾਪੰਚਾਇਤ ਦੇ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਜਦੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਰ ਰਹੇ ਸਨ ਤੇ ਦੂਸਰੇ ਪਾਸੇ ਸਿੰਘੂ ਸਰਹੱਦ ਤੇ 32 ਕਿਸਾਨ ਜਥੇਬੰਦੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੁੰਦੀ ਹੈ।
इस मीटिंग की प्रधानगी रुलदू सिंह मानसा ने की। मीटिंग दौरान सर्बसम्मति नाल मता पास किया गया कि दिल्ली पुलिस की हिरासत दे विच बंद किसानों को रिहा करवा के उन्होंने दे घरों घरी भेजा जाएगा। किसान जथेबंदियों वालों दिल्ली विच गिरफ्तार हुए नौजवानों को रिहा करवाउण लई कानूनी कमेटी बनाई गई हुई है, जिसने 6 नौजवानों को रिहा करवा के उन्होंने घरों घरी भेज दिता है ते बाकी नौजवानों की रिहाई के यतन तेज़ किए हुए ने। ते तिन्ने ही कानूनों के बारे आगुआं ने गलबात करदिआं कहा कि केंद्र सरकार ये कानून रद्द करे, MSP की कानूनी मानता देवे ते तां ही असीं गलबात वास्ते तैयार होवांगे। उन्होंने कहा कि दिल्ली के बॉर्डरां ते चल रहे अंदोलनां दे विच 228 तो वध किसान शहीदियां प्राप्त कर चुके हैं ਅਤੇ सरकार की हठ धर्मी करके ही उन्हों की जान गई है। तो यदी फिर जिम्मेवारी कहते किहदी होनी चाहिए। हुण तुसीं देखो कि लगातार सरकार आखी तो जा रही है कि असी गलबात वास्ते तैयार हैं, पर किसान आगू बीते कई दिनों तो आख रहे हैं कि रस्मी तौर पर सद्दा ही नहीं मिल रहा। हुण वेखदे हां कि सद्दा आउंदा जां सरकार केसल मार के रखती है। ते नाल ही ये भी दस्सिया गया कि 26 जनवरी वाले दिन ट्रैक्टर परेड मौके दिल्ली पुलिस वालों गिरफ्तार किए गए 2 होर बजुर्गों को जमानत मिल गई है। दिल्ली सिख गुरुद्वारा प्रबंधक कमेटी के प्रधान मनजिंदर सिंह सिरसा ने दस्सिया कि संगरूर के 80 वरियां के जीत सिंह ਅਤੇ फतेहगढ़ साहब नाल संबंधित 70 वरियां के गुरमुख सिंह नूं अदालत ने जमानत ते छड़ दिता है। उन्होंने दस्सिया कि दोवें ही ये सिख साबका फौजी सन। ते अगली बड़ी इनू आपां मंदभागी खबर आख सकते हैं कि सरकार कहती है कि साडे कोल कोई रिकॉर्ड नहीं जिहड़े किसानां दीआं हुण तक जानां गईआं ने। ये केंद्र सरकार ने संसद दे विच आखिआ खेतीबाड़ी मंत्रालय के कोल 3 नवे खेती कानूनों के विरुद्ध चल रहे किसान अंदोलन दौरान अपनियां जानां कुर्बान करने वाले किसानों का कोई रिकॉर्ड नहीं। राज सभा दे विच सवाल का एक लिखती जवाब दिता केंद्रीय खेतीबाड़ी और किसान भलाई मंत्री नरेंद्र सिंह तोमर होरां ने। उन्होंने ये भी कहा कि सरकार और किसान जथेबंदियों विचकार 11 वार गलबात हो चुकी है, पर इस समय दौरान किसान जथेबंदियां कदे भी कानूनों ते गलबात लई सहमति नहीं हुईयां, सगों कानूनों नूं वापस लैण ते अड़ियां रहीआं। आह गल नरेंद्र सिंह तोमर होरां ने आखी है कि ना साडे कोले जिन्नियां जानां गईयां ने उन्हां दा कोई रिकॉर्ड है, सानूं कोई पता नहीं किन्ने किसान शहीद हो गए, शायद इसे करके कोई श्रद्धांजलि भेंट नहीं करते होने। दूसरे पासे उन्होंने ये भी कहा कि 11 मीटिंगां दे विच किसानां ने इन्हां कानूनों ते कदे चर्चा कीती हुई नहीं। हुण किसान आगू आख रहे हैं कि इस दा चर्चा करने वास्ते हर समय तैयार हैं, असीं तां उन्हां नूं गलतियां कढ के उन्हां दे सामने रखियां ने, फिर होर चर्चा किहड़ी हुंदी है बई। अगली खबर भी किसान अंदोलन दे नाल संबंधित खबर है। वार वार जिक्र कर रहे हैं कि इस अंदोलन लगातार तिखा भी हो रहा है, लगातार लोगों का उत्साह बनाउण दे वास्ते वधाउण दे वास्ते यतन भी किए जा रहे हैं। तो ये नालों नाल इस संघर्ष दौरान जाना जाण का सिलसिला भी लगातार जारी है। जानकारी मिल रही है कि बीती देर रात समराला नेड़ले पिंड ढंडे के रहने वाले 63 वरियां के किसान नैब सिंह की सिंघू सरहद के उत्ते सख्त बीमार होने तो बाद मौत हुई है। मृतक किसान के पुत्र हरप्रीत सिंह जो कि वो आप भी 1 महीने तो सिंघू सरहद के मोर्चे च शामिल ने, उन्होंने दस्सिया कि उन्होंने पिता जी 22 जनवरी को दिल्ली की सिंघू सरहद ते पहुंचे सी अते उस ही दिन तो सरहद ते मोर्चे दौरान डटे हुए सी अते 4 दिन पहला अचानक उन्होंने सेहत विगड़ी अते उन्होंने वापस पिंड लिया गया। इलाज दौरान स्थानक सिविल हस्पताल दे विच डॉक्टरों ने आख्या कि इन्हों चंडीगढ़ रैफर किया जा रहा है क्योंकि उन्होंने सेहत लगातार विगड़ रही है। जदों उस हस्पताल दे विच उन्होंने चंडीगढ़ लिजाया जा रहा सी तां रस्ते दे विच उन्हां दी मौत हो गई। वक्खो वक्ख किसान जथेबंदियां ने इस किसान की मौत के उत्ते डूंघे दुख का प्रगटावा किया है, परिवार लई सरकारी नौकरी और मुआवजे की मंग भी की है। इसी तरह सिंघू सरहद तो एक होर मंदभागी खबर मिली है। खबर यह है कि मोगा जिले के पिंड सैद मुहम्मद के किसान हंसा सिंह जिन्हां दी उम्र लगभग 73 वरे सी, दिल का दौरा पैण के कारण वह भी चलाना कर गए है। जानकारी अनुसार हंसा सिंह बीते लगभग 70 दिनों तो लगातार कुंडली सरहद से डटे हुए सी और रसोई ढाबा के कोल लगे अस्थाई टेंट में रह रहे सन। वीरवार दोपहर वक्त
ਜਦੋਂ ਕਿਸੇ ਕੰਮ ਲਈ ਆਪਣੇ ਟੈਂਟ ਤੋਂ ਬਾਹਰ ਨਿਕਲੇ ਤਾਂ ਨੇੜੇ ਹੀ ਜਾਂਦੇ ਜਾਂਦੇ ਡਿੱਗ ਪਏ। ਲੋਕਾਂ ਨੇ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਹਨਾਂ ਦੇ ਸਾਹ ਰੁਕ ਚੁੱਕੇ ਸਨ, ਪ੍ਰਾਣ ਪੰਖੇਰੂ ਉੜ ਚੁੱਕੇ ਸਨ। ਹੰਸਾ ਸਿੰਘ ਨੂੰ ਇਹ ਪਿਆ ਦਿਲ ਦਾ ਦੌਰਾ ਜਾਨਲੇਵਾ ਸਾਬਤ ਹੋਇਆ। ਅਸੀਂ ਸਾਰੀਆਂ ਜਾਨਾਂ ਜਿੰਨੀਆਂ ਹੁਣ ਤੱਕ ਕੁਰਬਾਨ ਹੋਈਆਂ ਨੇ, ਆਪਣੇ ਅਦਾਰੇ ਦੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਅਤੇ ਜਾਂਦੇ ਜਾਂਦੇ ਤੁਹਾਡੇ ਨਾਮ ਇੱਕ ਪੋਜ਼ਿਟਿਵ ਖਬਰ ਵੀ ਕਰਦੇ ਹਾਂ। ਇੱਕ ਸਿੰਘੂ ਸਰਹੱਦ ਤੇ ਪਹੁੰਚਿਆ ਨੌਜਵਾਨ। ਤਿੰਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਜਾਰੀ ਹੈ। ਹਰ ਵਿਅਕਤੀ ਆਪੋ ਆਪਣੇ ਤਰੀਕੇ ਨਾਲ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਿਹਾ ਹੈ। ਨੌਜਵਾਨ ਵੀ ਵੱਖੋ ਵੱਖਰੇ ਤਰੀਕੇ ਅਪਣਾ ਰਹੇ ਨੇ, ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਰਹੇ। ਜਾਣਕਾਰੀ ਮਿਲੀ ਹੈ ਕਿ ਜਗਦੀਪ ਸਿੰਘ, ਜਿਸ ਦਾ ਪਿੰਡ ਸ਼ੇਰਗੜ੍ਹ ਤੇ ਜ਼ਿਲ੍ਹਾ ਸੰਗਰੂਰ, ਜੀ ਹਾਂ ਸੰਗਰੂਰ ਜ਼ਿਲ੍ਹੇ ਦਾ ਸ਼ੇਰਗੜ੍ਹ ਚੀਮਾ ਪਿੰਡ, ਉੱਥੋਂ ਦਾ 38 ਵਰ੍ਹਿਆਂ ਦਾ ਨੌਜਵਾਨ ਜਗਦੀਪ ਸਿੰਘ ਘਰੋਂ ਪੈਦਲ ਤੁਰਿਆ। ਹੁਣ ਤੱਕ 3 ਤਖ਼ਤਾਂ, ਤਖ਼ਤ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਪੈਦਲ ਯਾਤਰਾ ਕਰਕੇ ਹੁਣ ਹਜੂਰ ਸਾਹਿਬ ਜਾਣ ਦੀ ਤਿਆਰੀ ਖਿੱਚ ਚੁੱਕਿਆ। ਉਹਨੇ 3700 ਕਿਲੋਮੀਟਰ ਦਾ ਪੈਦਲ ਸਫ਼ਰ ਕਰਕੇ ਲੋਕਾਂ ਨੂੰ ਕਿਸਾਨੀ ਮੰਗਾਂ ਤੋਂ ਜਾਗਰੂਕ ਕਰਨ ਦਾ ਟੀਚਾ ਮਿੱਥਿਆ। ਜਗਦੀਪ ਸਿੰਘ ਨੌਜਵਾਨ ਹੈ, 38 ਵਰ੍ਹਿਆਂ ਦੀ ਉਮਰ ਹੈ। ਉਹ ਕਹਿੰਦਾ ਰਸਤੇ ਦੇ ਵਿੱਚ ਮੈਂ ਜਿੰਨੇ ਲੋਕਾਂ ਨੂੰ ਮਿਲਿਆ, ਸ਼ਾਂਤਮਈ ਰਹਿ ਕੇ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਪ੍ਰੇਰਿਆ। ਸਰਹੱਦ ਤੇ ਪਹੁੰਚੇ ਜਗਦੀਪ ਸਿੰਘ ਨੇ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਕਿਸਾਨ ਆਗੂਆਂ ਨੇ ਨੌਜਵਾਨ ਦੀ ਹਿੰਮਤ ਦੀ ਦਾਦ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਰਸਤੇ ਦੇ ਵਿੱਚ 2 ਵਾਰ ਉਸ ਦਾ ਮੋਬਾਈਲ ਖੋਹਿਆ ਜਾ ਚੁੱਕਿਆ ਹੈ। ਬੀਤੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਖਬਰਾਂ ਮਿਲੀਆਂ ਸਨ ਕਿ ਕੋਈ ਬਜ਼ੁਰਗ, ਕੋਈ ਨੌਜਵਾਨ, ਕੋਈ ਦੌੜ ਕੇ ਚਲਾ ਗਿਆ, ਕੋਈ ਮੁਟਿਆਰ ਸਾਈਕਲ ਲੈ ਕੇ ਚਲੀ ਗਈ, ਕੋਈ ਟਰਾਈਸਾਈਕਲ ਤੇ ਉੱਥੇ ਜਾ ਪਹੁੰਚਿਆ। ਤੇ ਉਸੇ ਤਰ੍ਹਾਂ ਦੀ ਇੱਕ ਖਬਰ ਜਗਦੀਪ ਸਿੰਘ ਦੀ ਸੀ। ਸੋ ਦੋਸਤੋ, ਇਹ ਸੀ ਅੱਜ ਦੀਆਂ ਕੁਝ ਖਬਰਾਂ ਜਾਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਹਵਾਲੇ ਕਰ ਦਿੱਤੀਆਂ ਗਈਆਂ ਨੇ। ਤੇ ਹੁਣ ਕੰਮ ਅਗਲਾ ਤੁਹਾਡਾ ਹੈ। ਵੇਖ ਕੇ ਜੇਕਰ ਜਾਣਕਾਰੀਆਂ ਪੁਖਤਾ ਲੱਗੀਆਂ, ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਕਮੈਂਟ ਕਰਨ ਤੋਂ ਗੁਰੇਜ਼ ਨਾ ਕਰਿਓ। ਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।